ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮਾਂਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ। ਵਿਚਾਰਾਂਗੇ ਪੰਜਾਬ ਦੀ ਸਿਆਸਤ ਦੇ ਮੁੱਦੇ ਵਿਚਾਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਦਵਿੰਦਰ ਦਵੀ ਜੀ, ਜੋ ਕਿ ਸੀਨੀਅਰ ਜਰਨਲਿਸਟ ਨੇ, ਇਸ ਵੇਲੇ ਪੰਜਾਬ ਦੇ ਵਿੱਚ ਮੌਜੂਦ ਨੇ, ਸਾਡੇ ਨਾਲ ਵੀਡੀਓ ਚੈਟ ਰਾਹੀਂ ਜੁੜ ਚੁੱਕੇ ਨੇ। ਦਵਿੰਦਰ ਜੀ, ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਇੰਡੋਜ਼ ਟੀਵੀ ਤੇ। ਸ਼ੁਕਰੀਆ ਹਰਜਿੰਦਰ ਤੇ ਤੁਹਾਡੇ ਟੀਵੀ ਦੇ ਦਰਸ਼ਕਾਂ ਦਾ ਵੀ, ਉਹਨਾਂ ਨੂੰ ਮੈਂ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ। ਦਵੇ ਜੀ, ਰਾਜਨੀਤੀ ਬਾਰੇ ਤੁਹਾਡੀ ਪੈਣੀ ਅੱਖ ਹੁੰਦੀ ਆ, ਹਮੇਸ਼ਾ ਤੁਸੀਂ ਕਿਸੇ ਨਾ ਕਿਸੇ ਮੁੱਦੇ ਬਾਰੇ ਸੋਸ਼ਲ ਮੀਡੀਆ ਤੇ ਲਿਖਦੇ ਰਹਿੰਦੇ ਹੋ। ਅੱਜ ਵੀ ਤੁਸੀਂ ਸੋਸ਼ਲ ਮੀਡੀਆ ਤੇ ਚਰਨਜੀਤ ਚੰਨੀ ਬਾਬਤ ਲਿਖਿਆ ਹੈ, ਸੋ ਉਹ ਵਿਚਾਰ ਕਿਸ ਤਰ੍ਹਾਂ ਨੇ? ਕਿਉਂਕਿ ਚਰਨਜੀਤ ਚੰਨੀ ਦੇ ਸਟੇਜ ਦੇ ਤੇ ਨੱਚਣ ਲਈ ਵੀ ਲੋਕਾਂ ਨੇ ਕਾਫੀ ਟੀਕਾ ਟਿੱਪਣੀਆਂ ਕੀਤੀਆਂ ਨੇ। ਕਈਆਂ ਨੇ ਚੰਗਾ ਵੀ ਲਿਖਿਆ ਤੇ ਕਈਆਂ ਦੇ ਸ਼ਾਇਦ ਚਰਨਜੀਤ ਚੰਨੀ ਨੂੰ ਨੱਚਣ ਲਈ ਚੰਗਾ ਨਹੀਂ ਲੱਗਿਆ ਉਹਨਾਂ ਨੂੰ ਸਟੇਜ ਤੇ, ਸੋ ਮਾੜਾ ਵੀ ਬੋਲਿਆ ਗਿਆ। ਤੁਸੀਂ ਇਸ ਨਜ਼ਰੀਏ ਨੂੰ ਕਿਸ ਤਰ੍ਹਾਂ ਦੇਖਦੇ ਹੋ? ਹਾਂਜੀ ਹਰਜਿੰਦਰ, ਗੱਲ ਇਹ ਹੈ ਕਿ ਅੱਜ ਮੈਂ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਇੱਕ ਤਸਵੀਰ ਨਹੀਂ ਕਹਿ ਸਕਦੇ ਆਪਾਂ, ਉਹ ਇੱਕ ਖਬਰ ਪਾਈ ਹੈ ਪੰਜਾਬੀ ਟ੍ਰਿਬਿਊਨ ਦੀ। ਪੰਜਾਬੀ ਟ੍ਰਿਬਿਊਨ ਦੇ ਪਹਿਲੇ ਪੇਜ ਤੇ ਸਾਈਡ ਬਾਟਮ ਹੈ ਉਹ ਖਬਰ, ਤੇ ਉਹ ਹੈਗਾ ਚੰਨੀ ਸਾਹਿਬ ਕਹਿ ਰਹੇ ਨੇ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਹ ਕਹਿ ਰਹੇ ਨੇ ਕਿ ਮੈਨੂੰ ਮਾਰ ਕੇ ਕਿਸੇ ਨੇ ਕੀ ਲੈਣਾ। ਉਹਨਾਂ ਨੇ ਜਿਹੜਾ ਮੁੱਖ ਸਕੱਤਰ ਹੈ ਆਪਣਾ, ਉਹਨਾਂ ਨੂੰ ਆਪਣੀ ਸਿਕਿਉਰਿਟੀ ਘਟਾਉਣ ਲਈ, ਸੁਰੱਖਿਆ ਅਮਲਾ ਫੈਲਾ ਘਟਾਉਣ ਲਈ ਆਖਿਆ। ਤੇ ਇਹ ਗੱਲ ਮੈਨੂੰ ਚੰਗੀ ਲੱਗੀ ਤੇ ਮੈਂ, ਕਿਉਂਕਿ ਖੁਦ ਪੰਜਾਬੀ ਟ੍ਰਿਬਿਊਨ ਵਿੱਚ ਕੰਮ ਕੀਤਾ ਤੇ ਮੈਂ BRS ਲੈ ਲਈ ਸੀ ਪਿਛਲੇ ਸਾਲ, ਤੇ ਮੇਰੇ ਇਹ ਟ੍ਰਿਬਿਊਨ ਗਰੁੱਪ ਵਾਲਾ, ਇਹ ਪੰਜਾਬੀ ਟ੍ਰਿਬਿਊਨ ਪੰਜਾਬੀ ਅਖਬਾਰਾਂ ਵਿੱਚੋਂ ਚੰਗਾ ਅਖਬਾਰ ਹੈ ਤੇ ਬੈਲੈਂਸਡ ਜਿਹੜੇ ਰਿਪੋਰਟਿੰਗ ਕਰਦਾ। ਤੇ ਇਹ ਖਬਰ ਫਿਰ ਮੈਨੂੰ ਲੱਗਿਆ ਕਿ ਇਹ ਸਾਂਝੀ ਕਰਨ ਵਾਲੀ ਗੱਲ ਹੈ। ਬੇਸ਼ੱਕ ਜਿਹੜੀ ਪਾਰਟੀ ਨੂੰ ਚਰਨਜੀਤ ਸਿੰਘ ਚੰਨੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਬਿਲੋਂਗ ਕਰਦੇ ਨੇ, ਜਿਹਦੇ ਨਾਲ ਸੰਬੰਧਿਤ ਨੇ, ਕਾਂਗਰਸ ਪਾਰਟੀ ਸਭ ਤੋਂ ਰਵਾਇਤੀ ਪਾਰਟੀ ਹੈ, ਉਹਨਾਂ ਦਾ ਬਹੁਤ ਕੁਝ ਉਹਦੇ ਚ ਵਿਗਾੜ ਆ ਚੁੱਕੇ ਨੇ। ਅੰਦਰ ਝਾਤ ਮਾਰਨਾ ਨਹੀਂ ਚਾਹੁੰਦੀ ਕਾਂਗਰਸ, ਪਰ ਮੁੱਖ ਮੰਤਰੀ ਦਾ ਇਹ ਜੈਸਚਰ ਜਾਂ ਇਹ ਕਹਿਣਾ ਮੈਨੂੰ ਬਹੁਤ ਚੰਗਾ ਲੱਗਾ ਤੇ ਮੈਨੂੰ ਲੱਗਦਾ ਇਹ ਜਿਹੜੀ ਚੰਗੀ ਗੱਲ ਹੈ ਉਹ ਸਾਂਝੀ ਕੀਤੀ ਜਾਣੀ ਚਾਹੀਦੀ ਹੈ। ਇਸ ਕਰਕੇ ਮੈਂ ਸੋਸ਼ਲ ਮੀਡੀਆ ਤੇ ਉਹ ਖਬਰ ਦੀ ਫੋਟੋ ਖਿੱਚ ਕੇ ਪਾਤੀ। ਜੀ ਦਵੀ ਮੈਮ, ਸਿਕਿਉਰਿਟੀ ਦੇ ਬਾਰੇ ਤੁਹਾਡਾ ਕੀ ਖਿਆਲ ਹੈ? ਕਿਉਂਕਿ ਅੱਜ ਤੱਕ ਜਿੰਨੇ ਵੀ ਮੁੱਖ ਮੰਤਰੀ ਜਾਂ ਮੰਤਰੀ ਸੰਤਰੀ ਹੋਏ ਨੇ, ਖਾਸ ਕਰਕੇ ਮੁੱਖ ਮੰਤਰੀ ਦੀ ਸਿਕਿਉਰਿਟੀ ਲਈ 1000 ਦੀ ਜਿਹੜੀ ਪੂਰੀ ਦੀ ਪੂਰੀ ਸਿਕਿਉਰਿਟੀ ਗਾਰਡ ਹੁੰਦੇ ਨੇ, ਉਹਨਾਂ ਦੀ ਸੁਰੱਖਿਆ ਲਈ ਜਾਂਦੇ ਨੇ। ਤੇ ਜੇਕਰ ਸੁਖਬੀਰ ਸਿੰਘ ਬਾਦਲ ਦੀ ਗੱਲ ਕੀਤੀ ਜਾਵੇ, ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕੀਤੀ ਜਾਵੇ, ਜਾਂ ਫਿਰ ਉਹਨਾਂ ਦੀ ਨੂੰਹ ਦੀ ਗੱਲ ਕੀਤੀ ਜਾਵੇ, ਤਾਂ Z+ ਸਿਕਿਉਰਿਟੀ ਆ ਜੀ ਉਹਨਾਂ ਕੋਲ। 55 ਤੋਂ 100 ਬੰਦੇ ਉਹਨਾਂ ਦੇ ਨਾਲ ਹੁੰਦੇ ਨੇ। ਪਰ ਚਰਨਜੀਤ ਚੰਨੀ ਨੇ ਕਿਹਾ ਕਿ ਮੈਨੂੰ ਕਿਸੇ ਨੇ ਕੀ ਮਾਰਨਾ, ਮੈਂ ਆਮ ਬੰਦਾ, ਆਮ ਲੋਕਾਂ ਦੇ ਵਿੱਚ ਵਿਚਰਦਾ ਰਹਿੰਦਾ, ਮੈਨੂੰ ਇਸ ਸਿਕਿਉਰਿਟੀ ਦੀ ਲੋੜ ਹੈ ਨਹੀਂ ਆ। ਸਟੇਟਸ ਸਿੰਬਲ ਨੂੰ ਘਟਾਉਣ ਦੀ ਉਹਨਾਂ ਗੱਲ ਕੀਤੀ ਆ। ਹਾਂ, ਅਸਲ 'ਚ ਗੱਲ ਇਹ ਹੈ ਕਿ ਸਿਕਿਉਰਿਟੀ ਜਿਹੜੇ ਲੋਕਾਂ ਨੇ ਤੁਹਾਨੂੰ ਜਿਤਾ ਕੇ, ਇਹ ਲੋਕਤੰਤਰ ਹੈ, ਡੈਮੋਕ੍ਰੈਟਿਕ ਸਾਡਾ ਮੁਲਕ ਹੈ, ਸਾਡੇ ਚੋਣਾਂ ਹੁੰਦੀਆਂ ਨੇ ਤੇ ਚੋਣਾਂ ਰਾਹੀਂ ਬੰਦਾ ਚੁਣਿਆ ਜਾਂਦਾ, ਸਾਰੇ ਲੋਕ ਵੋਟਾਂ ਪਾਉਂਦੇ ਨੇ, ਉਹਨਾਂ ਨੂੰ ਵੋਟਾਂ ਦਾ ਹੱਕ ਹੈ। ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਨੇ ਜਿਤਾ ਕੇ ਕਿਸੇ ਬੰਦੇ ਨੂੰ ਤੋਰਿਆ ਹੁੰਦਾ ਹੈ, ਅੱਗੇ ਆਪਣਾ ਲੀਡਰ ਚੁਣਿਆ ਹੁੰਦਾ ਹੈ, ਤੇ ਉਹ ਲੀਡਰ ਵਿਧਾਨ ਸਭਾ ਜਾਂਦਾ ਹੈ, ਪਾਰਲੀਮੈਂਟ ਵਿੱਚ ਜਾਂਦਾ ਹੈ ਨਾ, MP ਜਾਂ MLA ਬਣ ਕੇ, ਤੇ ਉਸ ਤੋਂ ਬਾਅਦ ਜੇ ਉਹ ਮੰਤਰੀ ਬਣ ਜਾਂਦਾ ਫਿਰ ਹੋਰ, ਤੇ ਉਹਨਾਂ ਦੀ ਜਿਹੜੀ ਸੁਰੱਖਿਆ ਅਮਲਾ ਫੈਲਾ ਆ, ਜਿਹੜੀ ਉਹਨਾਂ ਦੀ ਕੈਟੇਗਰੀ ਹੁੰਦੀ ਹੈ, ਉਹ ਵੀ ਇੱਕ ਤਰ੍ਹਾਂ ਇੱਕ ਕਲਾਸੀਫਿਕੇਸ਼ਨ ਇਹ ਹੁੰਦੀ ਹੈ, ਇਹ ਨਿਰਧਾਰਿਤ ਕਰਦੀ ਹੈ ਕਿ ਇਹਦਾ ਰੁਤਬਾ ਕੀ ਹੈ, ਇਹਦਾ ਸਟੇਟਸ ਕੀ ਹੈ, ਮੰਤਰੀ ਮੰਡਲ 'ਚ ਵੀ ਇਹਦਾ ਰੁਤਬਾ ਕੀ ਹੈ, ਤੇ ਜਾਂ ਪਾਰਟੀ ਵਿੱਚ ਇਹਦੀ ਕੀ ਪੋਜੀਸ਼ਨ ਹੈ। ਇਹ ਬੜੀ ਹਾਸੋਹੀਣੀ ਗੱਲ ਹੈ। ਇਹ ਇਸ ਕਰਕੇ ਬੁਰੀ ਗੱਲ ਹੈ ਕਿ ਤੁਸੀਂ ਜਿਹੜੇ ਲੋਕਾਂ ਵਿੱਚੋਂ ਗਏ ਹੁੰਦੇ ਹੋ, ਹਰੇਕ ਹੀ ਮਨੁੱਖ ਹੈ, ਜਿਹੜੇ ਲੀਡਰ ਜਾਂ ਮੰਤਰੀ ਵੀ ਬਣਦੇ ਨੇ, MLA MP ਬਣਦੇ ਨੇ, ਜਾਂ ਅੱਗੋਂ ਮੰਤਰੀਆਂ ਦੇ ਅਹੁਦੇ ਮਿਲਦੇ ਨੇ ਉਹਨਾਂ ਨੂੰ, ਜਾਂ ਚੇਅਰਮੈਨੀਆਂ ਮਿਲਦੀਆਂ, ਜੋ ਵੀ, ਤੇ ਉਹ ਆਮ ਲੋਕਾਂ ਵਿੱਚੋਂ ਹੀ ਗਏ ਹੁੰਦੇ ਨੇ, ਤੇ ਉਹ ਇੱਕਦਮ ਇੰਨੇ ਖਾਸ ਹੋ ਜਾਂਦੇ ਨੇ ਕਿ ਉਹਨਾਂ ਨੂੰ ਬਹੁਤ ਵੱਖ-ਵੱਖ ਵਰਗਾਂ ਦੀ, ਕੈਟੇਗਰੀਜ਼ ਦੀ ਉਹਨਾਂ ਨੂੰ ਸੁਰੱਖਿਆ ਮਿਲਦੀ ਹੈ। ਤੇ ਸੁਰੱਖਿਆ ਅਮਲੇ ਨੂੰ ਲੈ ਕੇ ਜਿਹੜੀ Z ਸਿਕਿਉਰਿਟੀ ਹੈ, Z+ ਹੈ, ਉਹ ਬਹੁਤ ਹਾਈਲੀ ਸਕਿਲਡ ਹੁੰਦੇ ਨੇ, ਉਹ ਸੁਰੱਖਿਆ ਵਾਲੇ ਸੁਰੱਖਿਆ ਕਰਮੀ, ਤੇ ਉਹਨਾਂ ਦੀ ਜਿਹੜੀ ਟ੍ਰੇਨਿੰਗ ਹੁੰਦੀ ਆ ਉਹਦੇ ਤੇ ਦੇਸ਼ ਦਾ ਬਹੁਤ ਪੈਸਾ ਖਰਚ ਹੁੰਦਾ ਹੈ ਜੀ। ਤੇ ਇਸ ਤਰ੍ਹਾਂ ਇਹ ਟੈਕਸ ਪੇਅਰਸ ਦਾ ਪੈਸਾ ਆ, ਲੋਕਾਂ ਦਾ ਪੈਸਾ, ਲੋਕਾਂ ਦੀ ਮਿਹਨਤ, ਖੂਨ ਪਸੀਨੇ ਦੀ ਕਮਾਈ ਦਾ ਪੈਸਾ ਹੈ। ਤੇ ਸਭ ਤੋਂ ਵੱਡੀ ਗੱਲ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਤੁਸੀਂ ਲੋਕਾਂ ਵਿੱਚੋਂ ਹੀ ਗਏ ਹੋ, ਜਿਨ੍ਹਾਂ ਲੋਕਾਂ ਨੇ ਤੁਹਾਨੂੰ ਜਿਤਾਇਆ, ਤੇ ਤੁਸੀਂ ਲੋਕਾਂ ਦੇ ਲੀਡਰ ਕਹਾਉਂਦੇ ਹੋ, ਤੇ ਫਿਰ ਇੱਕਦਮ ਉਹਨਾਂ ਲੋਕਾਂ ਤੋਂ ਹੀ ਤੁਹਾਨੂੰ ਖਤਰਾ ਕਿਵੇਂ ਪੈਦਾ ਹੋ ਜਾਂਦਾ ਕਿ ਤੁਸੀਂ ਇੰਨੀ ਸਿਕਿਉਰਿਟੀ, ਇੰਨੀ ਸੁਰੱਖਿਆ ਰੱਖਣ ਦਾ ਸੋਚ ਲੈਂਦੇ ਹੋ ਕਿ ਤੁਹਾਨੂੰ ਇਹ ਲੋੜ ਪੈ ਜਾਂਦੀ ਹੈ। ਅਸਲ 'ਚ ਸਟੇਟਸ ਸਿੰਬਲ ਬਣ ਚੁੱਕਿਆ। ਮੈਂ ਉਹਨਾਂ ਲੀਡਰਾਂ ਦੇ
ਛੋਟੇ ਛੋਟੀਆਂ ਜਥੇਬੰਦੀਆਂ ਦੇ ਉਹਨਾਂ ਲੋਕਾਂ ਦੇ ਨਾਂ ਨਹੀਂ ਲੈ ਸਕਾਂਗੀ ਕਿ ਉਹਨਾਂ ਨੇ ਖੁਦ ਆਪਣੇ ਤੇ ਹਮਲੇ ਵੀ ਕਰਵਾ ਲਏ, ਇਹੋ ਜਿਹੇ ਸ਼ੋਸ਼ੇਬਾਜ਼ੀਆਂ ਵੀ ਲੋਕੀ ਕਰਦੇ ਤਾਂ ਕਿ ਸਾਨੂੰ ਸੁਰੱਖਿਆ ਮਿਲ ਜਵੇ। ਹੋਰ ਤਾਂ ਹੋਰ ਹਰਜਿੰਦ, ਮੈਂ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਕਈ ਵਾਰੀ NRIs ਭਾਰਤ ਆਉਣ ਵੇਲੇ ਪੰਜਾਬ ਆ ਕੇ ਉਹਨਾਂ ਦਾ ਪੂਰਾ ਜ਼ੋਰ ਲੱਗ ਜਾਂਦਾ ਕਿ ਉਹਨਾਂ ਨੂੰ ਥੋੜੇ ਜਿਹੇ ਸੁਰੱਖਿਆ 4 ਸੁਰੱਖਿਆ ਮੁਲਾਜ਼ਮ ਮਿਲ ਜਾਣ, ਜਿਹਦੇ ਚ ਕਿਸੇ ਦੀ ਇੱਛਾ ਹੁੰਦੀ ਹੈ ਕਿ DSP ਰੈਂਕ ਦਾ ਅਧਿਕਾਰੀ ਉਹਦੇ ਨਾਲ ਜ਼ਰੂਰ ਹੋਵੇ, ਕਿਸੇ ਨੂੰ ASI ਜਾਂ ਇੰਸਪੈਕਟਰ ਤੱਕ ਦਾ ਕੋਈ ਸਬਰ ਕਰ ਲੈਂਦਾ, ਕਿਸੇ ਨੂੰ ਦੋ ਕਾਂਸਟੇਬਲ ਮਿਲ ਜਾਣ ਉਹਦੇ ਤੇ ਸਬਰ ਹੋ ਜਾਂਦਾ ਆਪਣੇ ਆਪਣੇ ਸੋਚ ਦੇ ਮੁਤਾਬਕ। ਸੋ ਇਹ ਅਜੀਬ ਕਿਸਮ ਦਾ ਇੱਕ ਸਟੇਟਸ ਸਿੰਬਲ ਹੈ। ਹਾਂ, ਜਿੱਥੇ ਸੱਚਮੁੱਚ ਕਿਸੇ ਨੂੰ ਖਤਰਾ ਹੋ ਸਕਦਾ ਹੈ, ਵੱਖ-ਵੱਖ ਧਿਰਾਂ ਤੋਂ ਖਤਰਾ ਹੋ ਸਕਦਾ ਹੈ, ਤਾਂ ਉੱਥੇ ਤਾਂ ਮੰਨ ਲਿਆ ਸੁਰੱਖਿਆ ਇੱਕ ਹੱਦ ਤੱਕ ਸੁਰੱਖਿਆ ਸ਼ੋਭਾ ਦਿੰਦੀ ਹੈ, ਬੇਹਿਸਾਬੀ ਸੁਰੱਖਿਆ ਮਾੜੀ ਗੱਲ ਹੈ। ਤੇ ਮੈਨੂੰ ਲੱਗਦਾ ਹੈ ਪੰਜਾਬ ਦੇ ਮੁੱਖ ਮੰਤਰੀ ਨੇ, ਚੰਨੀ ਹੋਰਾਂ ਨੇ ਇਹ ਜਿਹੜੀ ਸੁਰੱਖਿਆ ਘਟਾਉਣ ਦੀ ਗੱਲ ਕੀਤੀ ਹੈ, ਮੈਂ ਆਪਣੀ ਪੋਸਟ ਵਿੱਚ ਲਿਖਿਆ ਕਿ ਮੁੱਖ ਮੰਤਰੀ ਨੇ ਆਹ ਕੰਮ ਤਾਂ ਵਧੀਆ ਕੀਤਾ ਹੈ। ਤੇ ਸ਼ਾਇਦ ਉਹਦੇ ਚ ਇੱਕ ਮੇਰੀ ਟਿੱਪਣੀ ਤੁਸੀਂ ਵੇਖੀ ਹੋਣੀ ਕਿ ਸ਼ਾਇਦ ਅਗਲੇ ਪਿਛਲੇ ਮੰਤਰੀਆਂ ਲਈ, ਅਗਲੇ ਪਿਛਲੇ ਲੀਡਰਾਂ ਲਈ ਉਹਨਾਂ ਨੇ ਜੱਬ ਛੇੜ ਦਿੱਤਾ। ਜੱਬ ਤੋਂ ਮੇਰਾ ਮਤਲਬ ਹੈ ਕਿ ਹੁਣ ਜੇ ਉਹ ਵੱਧ ਸੁਰੱਖਿਆ ਮੰਗਣਗੇ ਤਾਂ ਉਹਨਾਂ ਨੂੰ ਮਸਾਲ ਦਿੱਤੀ ਜਾਊਗੀ, ਵੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਤਾਂ ਨਹੀਂ ਮੰਗੀ। ਸੋ ਇਹ ਇੱਕ ਵਧੀਆ ਵਰਤਾਰਾ ਆ। ਇਸ ਤੋਂ ਵੱਡੀ ਗੱਲ ਹੈ ਹਰਜਿੰਦ ਕਿ ਜਿਹੜੇ ਕ੍ਰਾਈਮ ਹੁੰਦਾ ਆ, ਜਦੋਂ ਸਾਰੀ ਪੁਲਿਸ ਜਾਂ ਜਦੋਂ ਸਾਰੀ ਸੁਰੱਖਿਆ ਬਲ ਉਧਰ ਝੋਕ ਦਿੱਤੇ ਜਾਂਦੇ ਨੇ ਇਹਨਾਂ ਲੋਕਾਂ ਦੀ ਸੁਰੱਖਿਆ ਲਈ, ਤਾਂ ਕ੍ਰਾਈਮ ਰੇਟ ਸਾਡੇ ਚ ਵੱਧਦਾ ਆ ਤੇ ਆਮ ਲੋਕਾਂ ਦੀ ਸੁਰੱਖਿਆ ਕਿਤੇ ਮਾਇਨੇ ਨਹੀਂ ਰੱਖਦੀ। ਮੈਂ ਇਸ ਪੱਖ ਤੋਂ, ਲੋਕਾਂ ਦੇ ਪੱਖ ਤੋਂ ਇਹ ਸੋਚ ਰਹੀ ਸੀ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਚਰਨਜੀਤ ਚੰਨੀ ਦੇ ਆਉਣ ਨਾਲ ਕਾਂਗਰਸ ਦੇ ਵਿੱਚ ਇੱਕ ਨਵੀਂ ਪਿਰਤ ਛਿੜ ਗਈ ਹੈ, ਕਿਉਂਕਿ ਉਹਨਾਂ ਨੇ ਉਹ ਸਾਰੀਆਂ ਸਹੂਲਤਾਂ ਜੋ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਰਹੀਆਂ ਸੀ, ਉਹਨਾਂ ਨੇ 1 ਕਰੋੜ 2 ਕਰੋੜ ਦੀ ਗੱਡੀ ਦੀ ਗੱਲ ਕੀਤੀ ਹੈ ਕਿ ਐਸ਼ੋ ਆਰਾਮ ਲਈ ਮੁੱਖ ਮੰਤਰੀ ਦੇ 2 ਕਰੋੜ ਦੀ ਗੱਡੀ, ਉਹਨਾਂ ਨੇ ਕਿਹਾ ਕਿ ਜੇ ਇਹੀ ਜਨਤਾ ਦੇ ਵਿੱਚ ਪੈਸਾ ਵੰਡਿਆ ਜਾਵੇ 2 ਕਰੋੜ ਦੀ ਗੱਡੀ ਦਾ, ਤਾਂ ਕਿਤੇ ਨਾ ਕਿਤੇ ਕਿਸੇ ਗਰੀਬ ਦਾ ਭਲਾ ਹੋ ਸਕਦਾ ਹੈ। ਉਸ ਤੋਂ ਬਾਅਦ ਉਹਨਾਂ ਨੇ ਹਾਂ, ਜਨਤਾ ਵਿੱਚ ਵੀ ਮੈਨੂੰ ਲੱਗਦਾ ਰੈਕਲੈਸਲੀ ਨਹੀਂ ਵੰਡਿਆ ਜਾਣਾ। ਇਸ ਤਰ੍ਹਾਂ ਹੀ ਨਹੀਂ ਕਿ ਤੁਸੀਂ ਪੈਸੇ ਵੰਡ ਦਿਓ, ਜਿਵੇਂ ਸਾਡੇ ਸਾਬਕਾ ਮੁੱਖ ਮੰਤਰੀ ਤੇ ਬਹੁਤ ਜਿਨ੍ਹਾਂ ਨੂੰ ਕੱਦਾਵਰ ਆਗੂ ਕਿਹਾ ਜਾਂਦਾ ਹੈ, ਮਾਫ ਕਰਨਾ ਮੈਂ ਉਹਨਾਂ ਨਾਲ ਇਤਫਾਕ ਨਹੀਂ ਰੱਖਦੀ, ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਨਾਲ। ਪ੍ਰਕਾਸ਼ ਸਿੰਘ ਬਾਦਲ ਹੋਰੀ ਸਾਡੇ ਬਹੁਤ ਵੱਡੇ ਸਤਿਕਾਰਯੋਗ ਲੀਡਰ ਰਹੇ ਨੇ, ਬਹੁਤ ਵਾਰੀ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ। ਜਿਸ ਤਰ੍ਹਾਂ ਉਹ ਸੰਗਤ ਦਰਸ਼ਨ ਕਰਦੇ ਸਨ, ਸੰਗਤ ਦਰਸ਼ਨ ਆਪਣੇ ਆਪ ਚ ਇੱਕ ਬਹੁਤ ਵੱਡਾ ਸ਼ਬਦ ਹੈ। ਸੰਗਤ ਆਪਣੇ ਆਪ ਚ ਬਹੁਤ ਵੱਡੀ ਹਸਤੀ ਹੈ। ਪੰਜਾਬ ਗੁਰੂਆਂ ਦੀ ਧਰਤੀ ਹੈ, 10 ਗੁਰੂ ਸਾਹਿਬਾਨ ਇੱਥੇ ਹੋਏ ਨੇ। ਸੰਗਤ ਦਾ ਕਨਸੈਪਟ ਸਾਡੇ ਕੋਲੇ ਉੱਥੋਂ ਆਇਆ। ਹੁਣ ਪ੍ਰਕਾਸ਼ ਸਿੰਘ ਬਾਦਲ ਖੁਦ ਸੰਗਤ ਕਰਦੇ ਦਿੰਦੇ ਸਨ, ਇਹ ਸਪੈਸੀਫਾਈ ਵੀ ਕਰਨਾ ਜ਼ਰੂਰੀ ਸੀ। ਤੇ ਉੱਥੇ ਜਿਸ ਤਰ੍ਹਾਂ ਦੇਤੇ ਪੈਸੇ, ਆਹ ਕੰਮ ਲਈ ਦੇਤੇ, ਆਹ ਕੰਮ ਲਈ ਦੇਤੇ, ਉਹ ਵੀ ਕੋਈ ਬੜਾ ਚੰਗਾ ਤਰੀਕਾ ਨਹੀਂ। ਸੱਚਮੁੱਚ ਦੇ ਵਿਕਾਸ ਲਈ ਸਾਡੇ ਕੋਲੇ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਅਸੀਂ ਬੁਰੀ ਤਰ੍ਹਾਂ ਪਛੜ ਰਹੇ ਹਾਂ। ਸਾਡੇ ਸਕੂਲਾਂ 'ਚ ਅਧਿਆਪਕ ਨਹੀਂ, ਸਰਕਾਰੀ ਸਕੂਲਾਂ ਦੀ ਹਾਲਤ ਮਾੜੀ ਹੈ। ਤੇ ਇਸ ਵੇਲੇ ਪੰਜਾਬ ਵਿੱਚ ਸਰਕਾਰੀ ਕਾਲਜਾਂ ਦੀ ਗਿਣਤੀ ਸ਼ਰਮਿੰਦਗੀ, ਨਮੋਸ਼ੀ ਭਰੇ ਅੰਦਾਜ਼ ਵਿੱਚ ਘੱਟ ਹੈ। ਜਿਹੜਾ ਸਾਡੇ ਵਿੱਚੋਂ ਨਿਕਲਿਆ ਹਰਿਆਣਾ, ਉੱਥੇ ਸਾਡੇ ਨਾਲੋਂ ਜ਼ਿਆਦਾ ਸਰਕਾਰੀ ਕਾਲਜ ਨੇ ਪੰਜਾਬ ਨਾਲੋਂ। ਹਿਮਾਚਲ ਪ੍ਰਦੇਸ਼ ਜੋ ਜਿਸ ਦਾ ਕੁਝ ਹਿੱਸਾ ਪੰਜਾਬ ਦਾ ਹਿੱਸਾ ਰਿਹਾ, ਉੱਥੇ ਸਰਕਾਰੀ ਕਾਲਜਾਂ ਦੀ ਗਿਣਤੀ ਕਿਤੇ ਸਾਡੇ ਨਾਲੋਂ ਜ਼ਿਆਦਾ ਆ। ਤੇ ਸਾਡੇ ਜਿਹੜੇ ਪੰਜਾਬ ਦੇ ਸਰਕਾਰੀ ਕਾਲਜ ਨੇ ਤੇ ਉਹਨਾਂ ਦੀ ਗਿਣਤੀ ਇੰਨੀ ਘੱਟ ਹੈ ਤੇ ਉਹਨਾਂ ਤੇ ਵੀ, ਉਹਨਾਂ ਨੂੰ ਵੀ ਛਾਂਗਿਆ ਜਾ ਰਿਹਾ। ਉੱਥੇ ਅਧਿਆਪਕ ਨਹੀਂ ਹਨ। ਤੁਸੀਂ ਮੰਨੋਗੇ ਕਿ ਪੰਜਾਬ ਵਿੱਚ ਸਿਰਫ 4 ਕੰਪਿਊਟਰ ਅਧਿਆਪਕ ਨੇ ਸਰਕਾਰੀ ਕਾਲਜਾਂ ਵਿੱਚ। ਤੇ ਇਸ ਵੇਲੇ ਹਾਰ ਕੇ ਨੌਜਵਾਨਾਂ ਨੇ ਸਰਕਾਰੀ ਕਾਲਜ ਬਚਾਓ ਮੰਚ ਬਣਾ ਲਿਆ ਤੇ ਉਹ ਇਹਦੇ ਲਈ ਸੰਘਰਸ਼ ਕਰ ਰਹੇ ਨੇ। ਉਹ ਥਾਂ ਥਾਂ ਤਥਾ ਕਥਿਤ ਰੋਜ਼ਗਾਰ ਮੇਲਿਆਂ 'ਚ ਜਾਂਦੇ ਨੇ। ਤੇ ਪੰਜਾਬ ਦਾ ਹਾਲ ਬਹੁਤ ਮਾੜਾ ਹੈ। ਤੇ ਮੈਂ ਸਰਦਾਰ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਇਸ ਜਿਹੜਾ ਜੈਸਚਰ ਹੈ, ਇਹਦੀ ਪ੍ਰਸ਼ੰਸਾ ਵੀ ਕਰਦੀ ਹਾਂ। ਤੇ ਮੈਂ ਨਾਲ ਹੀ ਉਹਨਾਂ ਨੂੰ ਬੇਨਤੀ ਕਰਦੀ ਹਾਂ ਤੁਹਾਡੇ ਚੈਨਲ ਰਾਹੀਂ ਕਿ ਉਹ ਸਿਹਤ ਅਤੇ ਸਿੱਖਿਆ ਸਹੂਲਤਾਂ ਵੱਲ ਧਿਆਨ ਦੇਣ। ਕੋਈ ਸੱਚਮੁੱਚ ਦਾ ਰੋਡ ਮੈਪ ਤਿਆਰ ਕਰਕੇ ਸੱਚੀ ਮੁੱਚੀ ਪੰਜਾਬ ਨੂੰ ਸਿੱਖਿਆ ਅਤੇ ਸਿਹਤ ਪੱਖੋਂ ਅੱਗੇ ਲਿਆਂਦਾ ਜਾਵੇ। ਇੱਕ ਗੱਲ ਮੈਂ ਹੋਰ ਦੱਸ ਦੇਣਾ ਚਾਹੁੰਦੀ ਹਾਂ ਕਿ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਵਿੱਚ ਮਾੜੀਆਂ ਸਿਹਤ ਸਹੂਲਤਾਂ ਦਾ ਬਹੁਤ ਵੱਡਾ ਹੱਥ ਹੈ। ਜਿਹੜੇ ਥਾਂ ਥਾਂ ਤੇ ਹਸਪਤਾਲ ਖੁੱਲੇ ਨੇ, ਦੁਕਾਨਾਂ ਵਰਗੇ, ਹੋਟਲਾਂ ਵਰਗੇ, 5 ਸਟਾਰ ਹੋਟਲਾਂ ਵਰਗੇ, ਉਹ ਇੰਨਾ ਕੁ ਪੈਸਾ ਲੋਕਾਂ ਦੀ ਮਜਬੂਰੀ ਹੈ ਉਹਨਾਂ ਹਸਪਤਾਲਾਂ 'ਚ ਇਲਾਜ ਕਰਾਉਣ ਲਈ ਜਾਣਾ। ਤੇ ਲੋਕਾਂ ਤੇ ਇੰਨਾ ਪੈਸਾ ਚੜ ਜਾਂਦਾ ਕਿ ਉਹ ਕਰਜ਼ਾ ਫਿਰ ਉਹਨਾਂ ਦਾ ਸੂੰਦਾ ਬਹੁਤ ਜ਼ਿਆਦਾ ਵੱਧ ਜਾਂਦਾ। ਤੇ ਮੇਰੇ ਧਿਆਨ ਵਿੱਚ ਨੇ ਉਹ ਲੋਕ ਜਿਹੜੇ ਇਸ ਪੱਖੋਂ ਵੀ ਕਰਜ਼ਾਈ ਹੋ ਕੇ ਮਰੇ ਨੇ। ਸੋ ਸਿਹਤ ਸਹੂਲਤਾਂ ਅਤੇ ਸਿੱਖਿਆ ਸਹੂਲਤਾਂ, ਇਹ 2 ਵੱਡੀਆਂ ਗੱਲਾਂ ਨੇ। ਜੇ ਕਿਤੇ ਚਰਨਜੀਤ ਸਿੰਘ ਚੰਨੀ ਹੋਰੀ ਇਹਨਾਂ ਵੱਲ ਧਿਆਨ ਦੇ ਲੈਣ ਤਾਂ ਅਸੀਂ, ਸਾਰਾ ਪੰਜਾਬ ਹੀ ਉਹਨਾਂ ਦਾ ਧੰਨਵਾਦੀ ਹੋਵੇਗਾ। ਜੀ ਦਵੀ ਜੀ, ਤੁਹਾਨੂੰ ਲੱਗਦਾ ਕਿ ਆਉਣ ਵਾਲਾ ਜੋ ਸਮਾਂ ਵਿਧਾਨ ਸਭਾ ਚੋਣਾਂ ਦਾ 2022
ਦਾ ਵਿਗਲ ਜਿਹੜਾ ਹੈਗਾ ਬਹੁਤ ਛੇਤੀ ਵੱਜਣ ਵਾਲਾ ਹੈ। ਸੋ ਚਰਨਜੀਤ ਚੰਨੀ ਦੇ ਕਾਂਗਰਸ ਦੇ ਵਿੱਚ ਆਉਣ ਨਾਲ ਫਿਰ ਤੋਂ ਕੀ ਲੱਗਦਾ ਹੈ ਕਿ ਜਿਹੜੀ ਪੰਜਾਬ ਦੀ ਆਵਾਮ ਆ ਕਾਂਗਰਸ ਪਾਰਟੀ ਵੱਲ ਝੁਕਾਅ ਜਾਰੀ ਰੱਖੇਗੀ, ਕਿਉਂਕਿ ਚਰਨਜੀਤ ਚੰਨੀ ਨੇ ਆਉਣ ਦੇ ਨਾਲ ਕਾਫੀ ਕੁਝ ਚੇਂਜ ਹੋ ਚੁੱਕਿਆ ਤੇ ਕਾਫੀ ਕੁਝ ਚੇਂਜ ਕਰਨ ਦੀਆਂ ਉਹਨਾਂ ਦੀਆਂ ਕੋਸ਼ਿਸ਼ਾਂ ਨੇ। ਉਹਨਾਂ ਵੱਲੋਂ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ, ਉਹਨਾਂ ਨੇ ਕਿਹਾ ਕਿ ਮੈਂ ਸਕ੍ਰਿਪਟਡ ਨਹੀਂ, ਮੇਰੇ ਜੋ ਦਿਲੋਂ ਗੱਲਾਂ ਆ ਰਹੀਆਂ ਮੈਂ ਉਹ ਬੋਲਾਂਗਾ। ਹਾਂ, ਉਹ ਆਪਣੇ ਵੱਲੋਂ ਤਾਂ ਯਤਨ ਕਰ ਲੈਣਗੇ, ਪਰ ਜਿਸ ਤਰ੍ਹਾਂ ਹੁਣ ਕਿੰਨੇ ਸਾਲ ਕਾਂਗਰਸ ਰਾਜ ਕਰਦੀ ਰਹੀ ਹੈ ਤੇ ਕਾਂਗਰਸ ਦੀਆਂ ਜਿਹੜੀਆਂ ਬਹੁਤ ਸਾਰੀਆਂ ਨੀਤੀਆਂ ਨੇ, ਮੈਂ ਇੱਕੋ ਲਾਈਨ 'ਚ ਕਹਿਣਾ ਚਾਹੁੰਦੀ ਹਾਂ ਕਿਉਂਕਿ ਅਸੀਂ ਜਨਰਲਾਈਜ਼ ਨਹੀਂ ਕਰ ਰਹੇ, ਕਾਂਗਰਸ ਦੀਆਂ ਹਮੇਸ਼ਾ ਨੀਤੀਆਂ ਫੁੱਟ ਪਾਊ ਰਹੀਆਂ ਨੇ। ਇਸੇ ਨੇ ਹੀ ਅੱਗੇ ਇਹ ਸਿਲਸਿਲਾ ਤੋਰਿਆ। ਮੈਂ ਦਿੱਲੀ ਦੇ ਹਿਸਾਬ ਨਾਲ ਕਹਿ ਰਹੀ ਹਾਂ, ਕੇਂਦਰ ਤੋਂ ਜਿਹੜੀ ਕਾਂਗਰਸ ਆਪਰੇਟ ਕਰਦੀ ਹੈ, ਸੈਂਟਰਲ ਪਾਰਟੀ ਹੈ ਨਾ, ਹਾਈ ਕਮਾਂਡ ਤੋਂ ਲੈ ਕੇ ਅੱਗੇ ਤੱਕ ਇਹ ਫੁੱਟ ਪਾਊ ਰਿਹਾ ਇਹਨਾਂ ਦਾ ਸਾਰਾ ਸਿਲਸਿਲਾ। ਤੇ ਹੁਣ ਜੇ 3 ਮਹੀਨਿਆਂ ਵਿੱਚ 4 ਮਹੀਨਿਆਂ ਵਿੱਚ ਇਹ ਕੀ ਕਰ ਸਕਦੇ ਨੇ ਚਰਨਜੀਤ ਸਿੰਘ ਚੰਨੀ? ਉਹ ਕਈ ਚੀਜ਼ਾਂ ਨਿੱਕੀਆਂ ਕਰ ਰਹੇ ਨੇ, ਜਿਸ ਤਰ੍ਹਾਂ ਖੁਰਾਲਗੜ੍ਹ ਵਿੱਚ ਉਹ ਪੀਣ ਵਾਲਾ ਪਾਣੀ ਮੁਹੱਈਆ ਕਰਾਉਣ ਲਈ ਟਿਊਬਵੈਲ ਉਹਨਾਂ ਨੇ ਕਿਸੇ ਵੇਲੇ ਕਿਹਾ ਸੀ ਤੇ ਉਹਨਾਂ ਨੂੰ ਉਦੋਂ ਮਨਾ ਕਰ ਦਿੱਤਾ ਗਿਆ ਸੀ, ਪਰ ਜਿਸ ਦਿਨ ਉਹਨਾਂ ਨੇ ਸਹੁੰ ਚੁੱਕੀ ਉਸ ਰਾਤ ਜਨ ਸਿਹਤ ਵਿਭਾਗ ਦੇ ਅਧਿਕਾਰੀ ਟੱਕਰਾਂ ਮਾਰਦੇ ਫਿਰਦੇ ਸੀ ਕਿ ਹੁਣ ਕਿਤੇ ਇਹ ਅਸੀਂ ਪ੍ਰਬੰਧ ਕਰ ਦਈਏ, 90 ਲੱਖ ਦਾ ਉਹ ਲੱਗਣਾ ਟਿਊਬਵੈਲ। ਸੋ ਇਸ ਤਰ੍ਹਾਂ ਪੀਣ ਵਾਲਾ ਪਾਣੀ ਹੋ ਗਿਆ, ਥੋੜੀਆਂ ਮੋਟੀਆਂ ਸਧਾਰਨ ਸੜਕਾਂ ਹੋ ਗਈਆਂ, ਲਿੰਕ ਸੜਕਾਂ, ਤੇ ਸਭ ਤੋਂ ਵੱਡੀ ਗੱਲ ਮੈਂ ਪਹਿਲਾਂ ਕਰ ਹੀ ਚੁੱਕੀ ਹਾਂ, ਜੇ ਇਹ ਕੰਮ ਹੋਣਗੇ ਤਾਂ ਲੋਕ ਜੁੜਨਗੇ। ਹਾਂ, ਇਸ ਵੇਲੇ ਇੰਨੀ ਕੁ ਕਾਂਗਰਸ ਨੇ ਕਹਿ ਲਈਏ ਪੱਤਾ ਖੇਡਿਆ ਜਾਂ ਕੁਝ ਵੀ ਕਹਿ ਲਈਏ, ਹਨਾ, ਜਿਸ ਤਰ੍ਹਾਂ ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਜਾਂ ਡਿਪਟੀ ਮੁੱਖ ਮੰਤਰੀ ਪੰਜਾਬ 'ਚ ਦਲਿਤ ਲਿਆਉਣ ਦੇ ਜਿਹੜੇ ਛੱਡੀ ਸੀ ਇੱਕ ਸ਼ੁਰਲੀ ਆਖਾਂਗੀ ਮੈਂ ਤਾਂ, ਕਿਉਂਕਿ ਇਹ ਸਾਰੇ ਚੋਣ ਕਲਾਬਾਜ਼ੀਆਂ ਹੁੰਦੀਆਂ ਨੇ। ਸੱਚਮੁੱਚ ਜੇ ਇਹਨਾਂ ਸਾਰੇ ਲੋਕਾਂ ਨੂੰ ਪੰਜਾਬ ਦਾ ਭਲਾ ਕਰਨ ਦਾ ਅਹਿਸਾਸ ਹੁੰਦਾ, ਜਾਂ ਸੱਚਮੁੱਚ ਇਹ ਪੰਜਾਬ ਲਈ ਇਹਨਾਂ ਦੇ ਮਨ ਵਿੱਚ ਕੋਈ ਹੁੰਦੀ ਚੰਗੀ ਸੋਚ, ਤਾਂ ਜ਼ਰੂਰ ਪੰਜਾਬ ਕਿਤੇ ਅੱਗੇ ਵਧਿਆ ਹੁੰਦਾ। ਪੰਜਾਬ ਕਿੱਡਾ ਸ਼ਾਨਦਾਰ ਸੂਬਾ ਰਿਹਾ ਤੇ ਇਸ ਤਰ੍ਹਾਂ ਇਹ ਹਾਲ ਨਾ ਹੁੰਦਾ ਪੰਜਾਬ ਦਾ। ਸੋ ਕਾਂਗਰਸ ਨੇ ਇੱਕ ਤਰ੍ਹਾਂ ਇਹ ਕੀਤਾ ਕਿ ਇੱਕ ਸਭ ਨੂੰ ਮਾਤ ਪਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਦਲਿਤ ਮੁੱਖ ਮੰਤਰੀ ਲਾਤਾ ਭਾਵੇਂ 3 ਮਹੀਨਿਆਂ ਲਈ, ਤੇ ਇਹਦੇ ਨਾਲ ਪੰਜਾਬ 'ਚ ਜੇ ਕਾਂਗਰਸ ਸੱਚਮੁੱਚ ਪੰਜਾਬ ਦੀ ਕਾਂਗਰਸ ਆਪਣੇ ਅੰਦਰ ਝਾਤ ਮਾਰ ਕੇ ਕਾਂਗਰਸੀ ਲੀਡਰ ਸੱਚਮੁੱਚ ਕੁਝ ਕਰਨਾ ਚਾਹਣਗੇ ਤੇ ਲੋਕ ਕਨਵਿੰਸ ਹੋ ਜਾਂਦੇ ਨੇ, ਤਾਂ ਹੀ ਕਿਤੇ ਇਹਨਾਂ ਦੇ ਹੱਕ ਵਿੱਚ ਕੁਝ ਭੁਗਤੇਗਾ। ਨਹੀਂ ਤਾਂ ਜਿਸ ਤਰ੍ਹਾਂ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਜਿਸ ਤਰ੍ਹਾਂ ਦੇ ਬਿਆਨ ਦੇਈ ਜਾ ਰਹੇ ਨੇ, ਉਹ ਤਾਂ ਬੜਾ ਹੋਰ ਹੀ ਰੋਲ ਘਚੋਲਾ ਪੈ ਰਿਹਾ ਹੈ। ਜੀ, ਬਹੁਤ ਸ਼ੁਕਰੀਆ ਦਵਿੰਦਰ ਦਵੀ ਜੀ ਸਾਰੀ ਜਾਣਕਾਰੀ ਦੇ ਲਈ। ਜੀ ਸ਼ੁਕਰੀਆ। ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਧੰਨਵਾਦ।